जो बोले सो निरपै। भगवान वाल्मीकि जी महाराज की जय। श्री श्री 108 सतगुरु गुरु ज्ञाननाथ जी महाराज की जय। परम सत्कारयोग गुरु रूप गुरु नूं प्यारी साध संगत जीओ, आप जी सरवण करते पे हो श्री आदिवासियों के कौमी ग्रंथ ज्ञान प्रकाश दे विचों अज दी पावन बाणी। अज दी बाणी जो हर रोज की तरह सानू मानव जीवां नूं उस परमात्मा की वडियाई दे नाल जोड़ती है, सच दे नाल जोड़ती है। अज दी बाणी दे विच धन धन पूर्ण सतगुरु गुरु ज्ञाननाथ जी महाराज जी दे चरण सेवक सतगुरु पूर्णनाथ जी महाराज सानू मानव जीवां नूं उपदेश करते हैं कि जिन्हां प्रीतवानां ने, जिन्हां श्रद्धालुआं ने, जिन्हां परिवारां ने, जिन्हां सेवकां ने उस परमात्मा नूं अपने हिरदे दे विच वसा लिया, ऐसी प्रीत जोड़ लई उस अकाल पुरख दे नाल कि अपने आप नूं अर्पण कर दिता उस परमात्मा दे चरनां दे विच। उन्हां प्रीतवानां ने, उन्हां प्रेमियां ने उस परमात्मा दे कोलों मन इच्छे फल प्राप्त कर लए। सतगुरु पूर्णनाथ जी महाराज जो संत महापुरुष उस परमात्मा दे हुक्म दे विच सानू कलयुगी जीवां नूं उस परमात्मा दे नाल जोड़दे ने, उस परमात्मा दे सिमरन दे नाल जोड़दे ने, आदि शब्द दे नाल जोड़दे ने। उन्हां संत महापुरुषां दी वडियाई दे विच श्लोक दर्ज करदे ने कि आखदे ने सतगुरु पूर्णनाथ जी महाराज, संत बोलदे रब बोलदा, रब दी संत जुबान, तुरदे फिरदे बख्शदे संत प्रभु दा नूरी ज्ञान। सतगुरु ज्ञाननाथ जी महाराज श्री आदिवासियों के कौमी ग्रंथ ज्ञान प्रकाश के अंदर सानू मानव जीवां नूं सुचेत करते हैं कि इस संसार दे विच अनेकां लोग जो संतां महापुरुषां दा रूप धारण करके फिरदे ने, उन्हां बहरूपियां दे कोलों असीं बच उन्हां संतां महापुरुषां दे नाल जुड़ना जो सानू उस परमात्मा दे नाल, जो सानू आदि शब्द दे नाल जोड़न। अजिहे संत जिन्हां दे मुख दे विचों जो शब्द निकलदे ने वो इस तरह प्रतीत होण कि उस अकाल पुरख दे शब्द ने, क्योंकि जो संत महापुरुष मानवता नूं एक समान समझदे ने, जो संत महापुरुष किसी नाल भेदभाव नहीं करते, जो संत महापुरुष हर एक नूं उस परमात्मा दे नाल जोड़दे ने, आदि शब्द दे नाल जोड़दे ने,
ਅਜਿਹੇ ਸੰਤ ਜਦੋਂ ਆਪਣੇ ਮੁਖਾਰਬਿੰਦ ਦੇ ਵਿੱਚੋਂ ਬੋਲਦੇ ਨੇ, ਫਿਰ ਇਸ ਤਰ੍ਹਾਂ ਉਹਨਾਂ ਦੀ ਵਡਿਆਈ ਵਿੱਚ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਦੱਸਦੇ ਨੇ ਕਿ ਅਜਿਹੇ ਸੰਤ ਜਦੋਂ ਬੋਲਦੇ ਨੇ, ਉਹ ਸੰਤ ਨਹੀਂ ਬੋਲਦੇ, ਉਹਨਾਂ ਦੇ ਵਿੱਚੋਂ ਉਹ ਪਰਮਾਤਮਾ, ਉਹ ਅੱਲਾਹ, ਉਹ ਵਾਹਿਗੁਰੂ, ਉਹ ਰਾਮ, ਉਹ ਪਰਮਾਤਮਾ ਆਪ ਬੋਲਦਾ ਹੈ। ਅਜਿਹੇ ਸੰਤ ਮਹਾਪੁਰਸ਼ ਤੁਰਦੇ ਫਿਰਦਿਆਂ ਹੀ ਉਸ ਪਰਮਾਤਮਾ ਦਾ ਗਿਆਨ ਵੰਡਦੇ ਫਿਰਦੇ ਨੇ। ਤੁਰਦੇ ਫਿਰਦਿਆਂ ਹੀ ਗਿਆਨ ਦਾ ਛਿੱਟਾ ਦੇਈ ਜਾ ਰਹੇ ਨੇ। ਤੇ ਜਦੋਂ ਅਜਿਹੇ ਸੰਤ ਕਿਸੇ ਰੂਹ ਨੂੰ, ਕਿਸੇ ਜੀਵ ਨੂੰ, ਫਿਰ ਚਾਹੇ ਉਹ ਪੁਰਸ਼ ਹੋਵੇ ਚਾਹੇ ਉਹ ਇਸਤਰੀ, ਕਿਸੇ ਰੂਹ ਨੂੰ ਜਦੋਂ ਪੂਰਨ ਸਤਿਗੁਰੂ ਮਿਲ ਜਾਂਦੇ ਨੇ, ਫਿਰ ਉਹ ਪੂਰਨ ਸਤਿਗੁਰੂ ਸ਼ਬਦ ਗੁਰੂ ਦੀ ਵਡਮੁੱਲੀ ਦਾਤ ਬਖਸ਼ ਕੇ ਆਪਣੇ ਪ੍ਰੇਮੀ ਜਨਾਂ ਦੇ, ਆਪਣੇ ਭਗਤ ਜਨਾਂ ਦੀ ਤੀਸਰੇ ਨੇਤਰ ਨੂੰ ਖੋਲ ਦਿੰਦੇ ਨੇ। ਕਿਵੇਂ ਵਡਿਆਈ ਕਰਦੇ ਨੇ ਸਤਿਗੁਰੂ ਪੂਰਨਨਾਥ ਜੀ ਮਹਾਰਾਜ। ਧੰਨ ਧੰਨ ਪੂਰਨ ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਜੀ ਦੀ। ਕਿਵੇਂ ਵਡਿਆਈ ਕਰਦੇ ਨੇ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਸ਼ਬਦ ਗੁਰੂ ਦੀ। ਮਹਾਰਾਜ ਸਤਿਗੁਰੂ ਪੂਰਨਨਾਥ ਜੀ ਲਿਖਦੇ ਨੇ, ਗੁਰ ਮੰਤਰ ਗੁਰ ਸ਼ਬਦ ਹੈ, ਪੂਰੇ ਗੁਰ ਜੇ ਬਖਸ਼ਣ ਦਾਤ, ਸ਼ਬਦ ਗੁਰੂ ਦਾ ਬਖਸ਼ਿਸ਼ ਕਰਦਾ, ਜ਼ਿੰਦਗੀ ਵਿੱਚ ਨੂਰੀ ਪ੍ਰਭਾਤ। ਕਿਵੇਂ ਇੱਕ ਸੱਜਰੀ ਸਵੇਰ, ਕਿਵੇਂ ਸੁੱਖਾਂ ਦੀ ਸਵੇਰ ਪ੍ਰਾਪਤ ਹੁੰਦੀ ਹੈ। ਸਤਿਗੁਰੂ ਗਿਆਨਨਾਥ ਜੀ ਮਹਾਰਾਜ ਜੀ ਦੇ ਚਰਨ ਸੇਵਕ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਦੱਸਦੇ ਨੇ ਕਿ ਜਦੋਂ ਸ਼ਬਦ ਗੁਰੂ ਦੀ ਵਡਮੁੱਲੀ ਦਾਤ ਝੋਲੀ ਦੇ ਵਿੱਚ ਪੈ ਜਾਂਦੀ ਹੈ, ਜ਼ਿੰਦਗੀ ਦੇ ਵਿੱਚ ਫਿਰ ਚੰਗੀਆਂ ਪ੍ਰਭਾਤਾਂ, ਚੰਗੇ ਸਵੇਰੇ ਭਾਵ ਚੰਗੇ ਦਿਨ ਆਉਣੇ ਸ਼ੁਰੂ ਹੋ ਜਾਂਦੇ ਨੇ। ਤੇ ਜਦੋਂ ਕੋਈ ਜੀਵ ਸ਼ਬਦ ਨੂੰ ਪ੍ਰਾਪਤ ਕਰਕੇ ਉਸ ਸ਼ਬਦ ਦਾ ਸਿਮਰਨ ਕਰਦਾ ਹੈ, ਅਭਿਆਸ ਕਰਦਾ ਹੈ, ਸਤਿਗੁਰੂ ਪੂਰਨਨਾਥ ਜੀ ਮਹਾਰਾਜ ਦੱਸਦੇ ਨੇ ਕਿ ਉਸ ਰੂਹ ਦੇ ਵਿੱਚ, ਉਸ ਜੀਵ ਦੇ ਵਿੱਚ, ਉਸ ਪ੍ਰਾਣੀ ਦੇ ਵਿੱਚ ਉਸ ਪਰਮਾਤਮਾ ਦਾ ਨੂਰੀ ਪ੍ਰਕਾਸ਼ ਹੋ ਜਾਂਦਾ ਹੈ। ਉਸ ਅਕਾਲ ਪੁਰਖ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਪ੍ਰਾਣੀ ਦੇ ਵਿੱਚ, ਫਿਰ ਚਾਹੇ ਉਹ ਪੁਰਸ਼ ਹੋਵੇ, ਫਿਰ ਚਾਹੇ ਉਹ ਇਸਤਰੀ ਹੋਵੇ। ਫਿਰ ਬ੍ਰਹਿਮੰਡ ਦੇ ਵਿੱਚ ਜੋ ਕੁਝ ਵੀ ਦਿਖਾਈ ਦਿੰਦਾ ਹੈ, ਹਰ ਇੱਕ ਪਾਸੇ ਉਸ ਪ੍ਰਾਣੀ ਨੂੰ ਉਸ ਪਰਮਾਤਮਾ ਦੇ ਹੀ ਦਰਸ਼ਨ ਦਿਦਾਰੇ ਹੁੰਦੇ ਨੇ। ਕਿਵੇਂ ਦਰਸ਼ਨ ਹੁੰਦੇ ਨੇ? ਸਤਿਗੁਰੂ ਗੁਰੂ ਗਿਆਨਨਾਥ ਜੀ ਮਹਾਰਾਜ ਜੀ ਦੇ ਚਰਨ ਸੇਵਕ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਬਾਣੀ ਵਿੱਚ ਲਿਖਦੇ ਨੇ, ਹਿਰਦੇ ਅੰਦਰ ਸਿਮਰਨ ਹੋਵੇ, ਮਨ ਹੋ ਜਾਏ ਮਖਮੂਰ, ਹਰ ਕਿਣਕੇ ਵਿੱਚ ਨਜ਼ਰੀ ਆਉਂਦਾ ਗੁਰੂ ਵਾਲਮੀਕ ਦਾ ਨੂਰ। ਸੋ ਪਿਆਰੀ ਸਾਧ ਸੰਗਤ ਜੀਓ, ਸਰਵਣ ਕਰਦੇ ਪਏ ਹੋ ਆਪ ਜੀ ਸ਼੍ਰੀ ਆਦਿਵਾਸੀਆਂ ਦੇ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਦੇ ਵਿੱਚੋਂ ਅੱਜ ਦੀ ਪਾਵਨ ਬਾਣੀ ਤੇ ਸਤਿਗੁਰੂ ਜੀ ਦੇ ਪਾਵਨ ਉਪਦੇਸ਼। ਆਪ ਜੀ ਹਰ ਰੋਜ਼ ਦੀ ਤਰ੍ਹਾਂ ਸਰਵਣ ਕਰਦੇ ਪਏ ਹੋ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਜੀ ਦੀ ਜੀਵਨੀ ਨੂੰ ਸਮਰਪਿਤ, ਸਤਿਗੁਰੂ ਜੀ ਦੇ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਉਹਨਾਂ ਦੀ ਜੀਵਨੀ ਤੇ ਸ਼੍ਰੀ ਆਦਿਵਾਸੀਆਂ ਦੇ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਦੇ ਅੰਦਰ ਜੋ ਸਤਿਗੁਰੂ ਚੋਜੀ ਪਾਤਸ਼ਾਹ ਪੂਰਨਨਾਥ ਜੀ ਮਹਾਰਾਜ ਸਤਿਗੁਰੂ ਜੀ ਦੀ ਜੀਵਨੀ ਨੂੰ ਦਰਜ ਕਰਦੇ ਨੇ। ਆਓ ਸਤਿਗੁਰੂ ਜੀ ਦੇ
ਅਸੀਂ ਸਰਵਣ ਕਰਦੇ ਪਏ ਹਾਂ ਬਾਲ ਅਵਸਥਾ ਦੇ ਚੋਜ। ਆਓ ਇਸ ਸਫ਼ਰ ਨੂੰ ਅੱਗੇ ਸਰਵਣ ਕਰੀਏ। ਆਪ ਜੀ ਨੇ ਸਰਵਣ ਕੀਤਾ ਕਿ ਬਾਲ ਅਵਸਥਾ ਦੇ ਵਿੱਚ ਕਿਵੇਂ ਸਤਿਗੁਰੂ ਗੁਰੂ ਗਿਆਨਨਾਥ ਜੀ ਮਹਾਰਾਜ ਜੋ ਸ਼ਰਧਾਲੂ ਜੋ ਸੇਵਕ ਸਤਿਗੁਰੂ ਜੀ ਦੇ ਦਰਸ਼ਨ ਦੀਦਾਰਾਂ ਦੇ ਲਈ ਆਉਂਦੇ ਨੇ, ਸਤਿਗੁਰੂ ਜੀ ਕਿਵੇਂ ਉਹਨਾਂ ਸ਼ਰਧਾਲੂਆਂ ਨੂੰ ਮਨ ਇੱਛੇ ਫਲ ਬਾਲ ਅਵਸਥਾ ਦੇ ਵਿੱਚ ਹੀ ਬਖਸ਼ਦੇ ਨੇ। ਸਰਵਣ ਕੀਤਾ ਆਪ ਜੀ ਨੇ ਕਿ ਜਦੋਂ ਸਤਿਗੁਰੂ ਗਿਆਨਨਾਥ ਜੀ ਮਹਾਰਾਜ 5ਵੇਂ ਸਾਲ ਵਿੱਚ ਪਹੁੰਚੇ ਤੇ ਸੀਸ ਦੇ ਉੱਪਰ ਜਟਾਂ ਦਾ ਤਾਜ ਧਾਰਨ ਕਰ ਲਿਆ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਜੀ ਨੇ। ਇਸ ਰੂਪ ਨੂੰ ਕਿਵੇਂ ਸਤਿਗੁਰੂ ਚੋਜੀ ਪਾਤਸ਼ਾਹ ਗੁਰੂ ਗਿਆਨਨਾਥ ਮਹਾਰਾਜ ਜੀ ਦੇ ਚਰਨ ਸੇਵਕ ਸੰਤ ਪੂਰਨਨਾਥ ਜੀ ਮਹਾਰਾਜ ਬਾਣੀ ਵਿੱਚ ਬਿਆਨ ਕਰਦੇ ਨੇ। ਸੂਰਤ ਗੋਰਖਨਾਥ ਦੀ ਜਿਉ ਪੁੰਨਿਆਂ ਦਾ ਚੰਦ ਦਰਸ਼ਨ ਕਰਦਿਆਂ ਗੁਰਾਂ ਦਾ ਹੁੰਦੇ ਲੋਕ ਆਨੰਦ। ਕਿ ਇਹ ਜੋ ਨੂਰ ਹੈ ਸਤਿਗੁਰੂ ਜੀ ਦਾ, ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਗੁਰੂ ਗੋਰਖਨਾਥ ਜੀ ਮਹਾਰਾਜ ਹੋਣ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਪੁੰਨਿਆਂ ਦਾ ਚੰਦ ਹੋਵੇ। ਜੋ ਕੋਈ ਵੀ ਪਿਆਰ ਨਾਲ ਤੱਕਦਾ ਹੈ ਮੇਰੇ ਸਤਿਗੁਰੂ ਜੀ ਨੂੰ, ਮਨ ਹੀ ਮਨ ਦੇ ਵਿੱਚ ਖੁਸ਼ੀਆਂ ਆਨੰਦ ਭਰ ਲੈਂਦਾ ਹੈ। ਕੰਨਾਂ ਦੇ ਵਿੱਚ ਕੁਦਰਤੀ ਮੁੰਦਰਾਂ ਦੇ ਨਿਸ਼ਾਨ ਨੇ। ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਪਿੰਡੇ ਦੇ ਉੱਤੇ ਉਸ ਪਰਮਾਤਮਾ ਨੇ ਆਪ ਵਿਭੂਤੀਆਂ ਮਲੀਆਂ ਹੋਣ। ਜਿੱਥੇ ਸ਼ਰਧਾਲੂ ਪ੍ਰੀਤਵਾਨ ਸਤਿਗੁਰੂ ਜੀ ਦੇ ਇਸ ਜੋਬਨ ਨੂੰ ਤੱਕ ਕੇ ਆਨੰਦਿਤ ਹੋ ਰਹੇ ਨੇ, ਉੱਥੇ ਹੀ ਪਿਤਾ ਸਰਦਾਰ ਹਾਕਮ ਸਿੰਘ ਵੀ ਆਪਣੇ ਇਸ ਪੁੱਤਰ ਦਾ ਅਜਿਹਾ ਰੂਪ ਦੇਖ ਕੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਪਿਆ ਹੈ। ਸਿਰ ਦੇ ਭਾਰ ਹੋ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਪਿਤਾ ਸਰਦਾਰ ਹਾਕਮ ਸਿੰਘ ਜੀ। ਕਿਵੇਂ ਮਾਂ ਲਾਡ ਲੜਾ ਰਹੀ ਹੈ, ਕਿਵੇਂ ਮਾਂ ਆਪਣੇ ਪੁੱਤਰ ਨੂੰ ਉਸ ਪਰਮਾਤਮਾ ਦੀ ਜੋਤ ਨੂੰ, ਜੋ ਮਾਂ ਰਾਜ ਰਾਣੀ ਦੇ ਘਰ ਦੇ ਵਿੱਚ ਉਸ ਦੇ ਘਰ ਦੇ ਵਿੱਚ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦਾ ਰੂਪ ਧਾਰਨ ਕਰਕੇ ਆਇਆ ਹੈ, ਕਿਵੇਂ ਉਸ ਪਰਮਾਤਮਾ ਨੂੰ ਆਪਣੇ ਪੁੱਤਰ ਦੇ ਰੂਪ ਵਿੱਚ ਆਪਣੇ ਹਿਰਦੇ ਦੇ ਨਾਲ ਲਾ ਕਿਵੇਂ ਖੁਸ਼ੀ ਬਿਆਨ ਕਰਦੀ ਪਈ ਹੈ। ਸਤਿਗੁਰੂ ਪੂਰਨਨਾਥ ਜੀ ਮਹਾਰਾਜ ਲਿਖਦੇ ਨੇ ਕਿ ਰਾਜ ਰਾਣੀ ਸਤਿਅਵੰਤੀ ਕਰਮਾਂ ਵਾਲੀ ਮਾਂ, ਛਾਤੀ ਲਾਲਾ ਪੁੱਤ ਨੂੰ ਆਖੇ ਸਦਕੇ ਜਾ। ਬਹੁਤ ਚਾਅ ਨੇ ਪਰਿਵਾਰ ਨੂੰ, ਨਗਰ ਨੂੰ ਬਹੁਤ ਚਾਅ ਹੈ। ਕੀ ਉਮਰ ਹੈ ਬਾਲ ਅਵਸਥਾ ਦੇ ਵਿੱਚ ਸਤਿਗੁਰੂ ਜੀ ਦੀ, ਜੋ ਕੋਈ ਵੀ ਆਪਣੇ ਮਨ ਦੇ ਵਿੱਚ ਇੱਛਾ ਧਾਰ ਕੇ ਜਾਂਦਾ ਹੈ, ਜਦੋਂ ਸਤਿਗੁਰੂ ਜੀ ਦੇ ਚਿਹਰੇ ਨੂੰ ਦੇਖਦਾ, ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਜਿਵੇਂ ਸਾਰੇ ਦੁੱਖ ਹੀ ਖਤਮ ਹੋ ਗਏ ਹੋਣ। ਚਿਹਰੇ ਨੂੰ ਦੇਖਦਿਆਂ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਕਿ ਹਰ ਇੱਕ ਦਾਤ ਪ੍ਰਾਪਤ ਹੋ ਗਈ ਹੈ। ਸਤਿਗੁਰੂ ਪੂਰਨਨਾਥ ਜੀ ਮਹਾਰਾਜ ਲਿਖਦੇ ਨੇ, ਪੂਰਨ ਘਰ ਵਿੱਚ ਬਣ ਗਿਆ
ਤੀਰਥ ਹਰੀ ਦੁਆਰ ਪ੍ਰਗਟੇ ਮਾਨਾ ਵਾਲਿਓ ਕਲਯੁਗ ਦੇ ਅਵਤਾਰ। ਇਹ ਨਗਰ ਮਾਨਾ ਵਾਲਾ ਹਰਿਦੁਆਰ ਬਣਿਆ ਹੋਇਆ ਹੈ। ਕਿਉਂ ਬਣਿਆ ਹੈ? ਕਲਯੁਗ ਦੇ ਅਵਤਾਰ ਧੰਨ ਧੰਨ ਪੂਰਣ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਸ੍ਰਿਸ਼ਟੀ ਦੇ ਮਾਲਕ ਪ੍ਰਮਾਤਮਾ ਵਾਲਮੀਕੀ ਜੀ ਦੀ ਜੋਤ ਆਪ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਗਟ ਹੋਈ ਹੈ। ਸੋ ਪਿਆਰੀ ਸਾਧ ਸੰਗਤ ਜੀਓ, ਸਰਵਣ ਕੀਤੇ ਆਪ ਜੀ ਨੇ ਸਤਿਗੁਰੂ ਜੀ ਦੇ 5ਵੇਂ ਸਾਲ ਦੇ ਚੋਜ। ਕੱਲ ਆਪ ਜੀ ਸਰਵਣ ਕਰੋਗੇ ਕਿ ਕਿਵੇਂ ਸਤਿਗੁਰੂ ਗੁਰੂ ਗਿਆਨਨਾਥ ਜੀ ਮਹਾਰਾਜ ਜਦੋਂ 6ਵੇਂ ਸਾਲ ਦੇ ਵਿੱਚ ਹੋਏ ਤੇ ਕਿਵੇਂ ਮਾਪੇ ਵਿਚਾਰ ਕਰਦੇ ਨੇ ਕਿ ਆਪਣੇ ਪੁੱਤਰ ਨੂੰ ਪੜ੍ਹਨੇ ਪਾਉਣ ਦੇ ਲਈ ਕਿਸੇ ਵਿਦਵਾਨ ਦੇ ਕੋਲ ਭੇਜਿਆ ਜਾਵੇ। ਕਿਵੇਂ ਵਿਚਾਰ ਕਰਦੇ ਨੇ? ਪਹੁੰਚੇ 6ਵੇਂ ਸਾਲ ਜਾਂ ਪੂਰਨ ਗੁਰ ਕਰਤਾਰ, ਪੁੱਤਰ ਪੜ੍ਹਨੇ ਪਾਉਣ ਲਈ ਮਾਪੇ ਕਰਨ ਵਿਚਾਰ। ਇਹ ਵਿਚਾਰਾਂ ਕਰਦੇ ਪਏ ਨੇ। ਸੋ ਸਮਾਂ ਹੋ ਗਿਆ ਉਸ ਪ੍ਰਮਾਤਮਾ ਦੇ ਨਾਮ ਦੀ ਆਰਤੀ ਦਾ। ਆਓ ਰਲ ਮਿਲ ਆਪਣੀ ਜੀਵਾਂ ਨੂੰ, ਆਪਣੀ ਰਸਨਾ ਨੂੰ ਪਵਿੱਤਰ ਕਰੀਏ। ਸ਼ੁਕਰਾਨਾ ਕਰੀਏ ਉਸ ਪ੍ਰਮਾਤਮਾ ਦਾ ਜਿਨ੍ਹਾਂ ਨੇ ਅੱਜ ਦਾ ਇਹ ਵਡਭਾਗਾ ਦਿਨ ਸਾਨੂੰ ਬਖਸ਼ਿਸ਼ ਕੀਤਾ। ਅਰਦਾਸ ਕਰੀਏ ਕਿ ਇਹ ਸਤਿਗੁਰੂ ਸਰਬੱਤ ਦਾ ਹੀ ਭਲਾ ਕਰਨਾ। ਅਰਦਾਸ ਕਰੀਏ ਕਿ ਸਤਿਗੁਰੂ ਤੁਹਾਡੀ ਬਾਣੀ ਨੂੰ ਹਿਰਦੇ ਦੇ ਵਿੱਚ ਵਸਾ ਉਸ ਤੇ ਚੱਲਣ ਦਾ ਯਤਨ ਕਰ ਸਕੀਏ। ਐਸੀ ਕਿਰਪਾ ਮਤ ਬੁੱਧ ਬਖਸ਼ਿਸ਼ ਕਰਨ। ਅਰਦਾਸ ਕਰਿਓ ਦਾਸ ਦੀ ਕਿ ਸਤਿਗੁਰੂ ਜੀ ਅਟੁੱਟ ਸੇਵਾ ਆਪਣੇ ਸੇਵਕਾਂ ਦੇ ਕੋਲੋਂ ਲੈ ਰਹੇ ਨੇ। ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਸੇਵਕਾਂ ਤੇ ਆਪਣੀ ਅਪਾਰ ਬਖਸ਼ਿਸ਼ ਬਣਾਈ ਰੱਖਣ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕੀ ਮਹਾਰਾਜ ਕੀ ਜੈ। श्री श्री 108 सतगुरु गुरु ज्ञाननाथ जी महाराज की जय। बोलो रे भाई सब संतन की जय।